Good morning, students. Today we revise short question answer of chapter 8 devotional paths to the divine. So today we will revise short question answer of this chapter. So our first question is, describe the beliefs and practices of Nathpanthis, Siddhas and Yogis. ਜਿਹੜੇ ਉਸ ਸਮੇਂ ਨਾਥਪੰਥੀਸ ਸਿੱਧਾਸ ਐਂਡ ਜੋਗੀਸ ਹੋਏ ਸੀ ਉਹਨਾਂ ਦੇ ਕੀ ਵਿਸ਼ਵਾਸ ਸੀ ਅਤੇ ਅਸੀਂ ਉਹਨਾਂ ਦੇ ਬਾਰੇ ਕੀ ਜਾਣਦੇ ਹਾਂ। ਸੋ ਆਵਰ ਆਨਸਰ ਇਜ਼ ਬਲੀਫਸ ਐਂਡ ਪ੍ਰੈਕਟਿਸਿਸ ਆਫ ਨਾਥਪੰਥੀਸ ਸਿੱਧਾਸ ਐਂਡ ਜੋਗੀਸ ਆਰ। ਜਿਹੜੇ ਉਸ ਸਮੇਂ ਨਾਥਪੰਥੀ ਸਿੱਧਾਸ ਐਂਡ ਜੋਗੀ ਸਨ ਉਹਨਾਂ ਦੇ ਕੀ ਵਿਸ਼ਵਾਸ ਸੀ ਅਤੇ ਉਹ ਕਿਸ ਪ੍ਰੈਕਟਿਸ ਦੇ ਵਿੱਚ ਕਿਸ ਤਰ੍ਹਾਂ ਦੇ ਅਭਿਆਸ ਦੇ ਵਿੱਚ ਜਿਹੜੇ ਸੀ ਪ੍ਰੈਕਟਿਸਿਸ ਨੂੰ ਕਿਸ ਚੀਜ਼ ਨੂੰ ਮੰਨਦੇ ਸੀ ਉਹਨਾਂ ਦੇ ਕੀ ਵਿਸ਼ਵਾਸ ਸੀ। ਸੋ ਹੇਅਰ ਵੀ ਡਿਸਕਸ ਅਬਾਊਟ ਦੀਸ। ਸੋ ਆਵਰ ਫਸਟ ਪੁਆਇੰਟ ਇਜ਼ ਕ੍ਰਿਟਿਸਿਜ਼ਮ ਆਫ ਰਿਚੁਅਲ ਐਂਡ ਅਦਰ ਐਸਪੈਕਟਸ ਆਫ ਕਨਵੈਨਸ਼ਨਲ ਰਿਲੀਜਨ। ਹਾਂਜੀ, ਉਹ ਕਿਸੇ ਵੀ ਤਰ੍ਹਾਂ ਦੇ ਅੰਧ ਵਿਸ਼ਵਾਸ ਜਾਂ ਕਿਸੇ ਵੀ ਤਰ੍ਹਾਂ ਦੇ ਅਡੰਬਰ ਜਾਂ ਵਿਖਾਵੇ ਵਾਲੇ ਜਿਹੜੇ ਰੀਤੀ ਰਿਵਾਜ ਸੀ ਉਹਨਾਂ ਨੂੰ ਨਹੀਂ ਮੰਨਦੇ ਸਨ। ਅਤੇ ਰੀਨੰਸੀਏਸ਼ਨ ਆਫ ਵਰਲਡ, ਉਹ ਕਹਿੰਦੇ ਸੀ ਕਿ ਜਦੋਂ ਅਸੀਂ ਪਰਮਾਤਮਾ ਦੀ ਸੱਚੇ ਮਾਰਗ 'ਤੇ ਚੱਲਦੇ ਹਾਂ ਤਾਂ ਉਸ ਸਮੇਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਮੀਨਸ ਕਿ ਸੱਚੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਥ ਆਫ ਸਲਵੇਸ਼ਨ ਇਨ ਮੈਡੀਟੇਸ਼ਨ ਔਨ ਦਾ ਫਾਰਮਲੈਸ, ਜਾਣੀ ਕਿ ਉਹਨਾਂ ਦਾ ਕੀ ਵਿਸ਼ਵਾਸ ਸੀ, ਉਹਨਾਂ ਦਾ ਵਿਸ਼ਵਾਸ ਸੀ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਸਲਵੇਸ਼ਨ ਮਿਲ ਜਾਂਦੀ ਹੈ, ਮੀਨਸ ਕਿ ਮੁਕਤੀ ਮਿਲ ਜਾਂਦੀ ਹੈ। ਅਲਟੀਮੇਟ ਰਿਐਲਿਟੀ ਐਂਡ ਰੀਅਲਾਈਜੇਸ਼ਨ ਆਫ ਵਨਨੈਸ, ਅਤੇ ਅਲਟੀਮੇਟ ਰਿਐਲਿਟੀ ਐਂਡ ਰੀਅਲਾਈਜੇਸ਼ਨ ਆਫ ਵਨਨੈਸ, ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਸਲਵੇਸ਼ਨ ਪ੍ਰਾਪਤ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਅਸੀਂ ਅੰਤ ਦੇ ਵਿੱਚ ਜਿਹੜੀ ਅਲਟੀਮੇਟ ਰਿਐਲਿਟੀ ਆ, ਸੱਚਾਈ ਹੈ, ਉਹਦਾ ਸਾਨੂੰ ਪ੍ਰਤੱਖ ਜਿਹੜਾ ਹੈਗਾ ਗਿਆਨ ਹੋ ਜਾਂਦਾ ਹੈ। ਇੰਟੈਂਸ ਟ੍ਰੇਨਿੰਗ ਆਫ ਮਾਈਂਡ ਐਂਡ ਦਾ ਬੋਡੀ, ਇਸ ਤੋਂ ਇਲਾਵਾ ਜਦੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਾਂ ਤਾਂ ਇਸ ਦੇ ਨਾਲ ਸਾਡੀ ਇੰਟੈਂਸ ਮਾਈਂਡ ਦੀ ਇੰਟੈਂਸ ਟ੍ਰੇਨਿੰਗ ਹੁੰਦੀ ਹੈ ਅਤੇ ਐਂਡ ਬੋਡੀ ਥਰੂ ਪ੍ਰੈਕਟਿਸਿਸ ਲਾਈਕ ਯੋਗ ਆਸਨ ਜਾਂ ਬਰੀਥਿੰਗ ਐਕਸਰਸਾਈਜ਼ ਜਾਂ ਮੈਡੀਟੇਸ਼ਨ ਕਰਦੇ ਹਾਂ ਤਾਂ ਉਸ ਸਮੇਂ ਜਿਹੜੀ ਪਰਮਾਤਮਾ ਦੇ ਨਾਲ ਜੋ ਸਾਡੀ ਸੁਰਤੀ ਹੈ ਉਹ ਜੁੜ ਜਾਂਦੀ ਹੈ, ਲਿਵ ਜਿਹੜੀ ਹੈ ਉਹ ਜੁੜ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਾਂ। ਹਾਂਜੀ, ਨਾਓ ਕੁਐਸਚਨ 2, ਫਾਰ ਈਦਰ ਦਾ ਵੀਰਾ ਸ਼ੈਵਾਜ਼ ਆਰ ਦਾ ਸੇਂਟ ਆਫ ਮਹਾਰਾਸ਼ਟਰਾ, ਡਿਸਕਸ ਦੇਅਰ ਐਟੀਟਿਊਡ ਟੂਵਰਡਸ ਦਾ ਕਾਸਟ। ਹਾਂਜੀ, ਇੱਥੇ ਆਪਾਂ ਜਿਹੜੇ ਵੀਰਾ ਸ਼ੈਵਾਜ਼ ਜਾਂ ਸੇਂਟ ਆਫ ਮਹਾਰਾਸ਼ਟਰਾ ਹੋਏ ਨੇ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਸੀ ਕਾਸਟ ਸਿਸਟਮ ਨੂੰ ਲੈ ਕੇ ਉਹ ਕੀ ਸੀ ਉਹਦੇ ਬਾਰੇ ਡਿਸਕਸ਼ਨ ਕਰਨ ਜਾ ਰਹੇ ਹਾਂ। ਅਤੇ ਦੇ ਬਲੀਵਡ, ਜਾਣੀ ਜਿਹੜੇ ਮਹਾਰਾਸ਼ਟਰਾ ਦੇ ਸੇਂਟ ਜਾਂ ਵੀਰਾ ਸ਼ੈਵਾਜ਼ ਸੀ ਉਹਨਾਂ ਦਾ ਕੀ ਵਿਸ਼ਵਾਸ ਸੀ। ਉਹ ਹਮੇਸ਼ਾ ਇਹ ਵਿਸ਼ਵਾਸ ਕਰਦੇ ਸੀ ਕਿ ਇਕੁਐਲਿਟੀ ਆਫ ਆਲ ਹਿਊਮਨ ਬੀਇੰਗਸ, ਕਿ ਸਾਰੇ ਹਿਊਮਨ ਬੀਇੰਗਸ ਨੇ ਜਿਹੜੇ ਉਹ ਬਰਾਬਰ ਨੇ, ਚਾਹੇ ਉਹ ਕਿਸੇ ਵੀ ਕਾਸਟ ਨੂੰ ਧਰਮ ਨੂੰ ਕਿਸੇ ਨੂੰ ਵੀ ਬਿਲੋਂਗ ਕਰਦੇ ਨੇ। ਦੇ ਵਰ ਅਗੇਂਸਟ ਬ੍ਰਹਮਨਿਕਲ ਆਈਡੀਆਜ਼ ਅਬਾਊਟ ਕਾਸਟ ਐਂਡ ਦਾ ਟਰੀਟਮੈਂਟ ਆਫ ਵੂਮੈਨ। ਹਾਂਜੀ, ਉਹ ਜਿਹੜੇ ਸੇਂਟ ਸੀ ਉਹ ਬ੍ਰਹਮਨਿਕਲ ਆਈਡੀਆਜ਼ ਦੇ ਖਿਲਾਫ ਸੀ ਅਤੇ ਔਰਤਾਂ ਨਾਲ ਜਦੋਂ ਮਿਸਬਿਹੇਵ ਹੁੰਦਾ ਸੀ ਜਾਂ ਕਿਸੇ ਤਰ੍ਹਾਂ ਦੀ ਔਰਤਾਂ ਨੂੰ ਦਾ ਲੋ ਸਟੇਟਸ ਮੰਨਿਆ ਜਾਂਦਾ ਸੀ ਉਹਦੇ ਖਿਲਾਫ ਸੀ ਉਹ। ਦੇ ਵਿਸ਼ਡ, ਉਹ ਚਾਹੁੰਦੇ ਸੀ ਜਿਹੜੇ ਸੇਂਟ ਸੀ ਮਹਾਰਾਸ਼ਟਰਾ ਦੇ, ਵਿਸ਼ਡ ਫਾਰ ਅ ਸੋਸਾਇਟੀ ਵੇਅਰ ਆਲ ਆਫ ਬੈਕਗਰਾਊਂਡਸ ਕੁਡ ਲਿਵ ਇਨ ਹਾਰਮੋਨੀ। ਉਹ ਇਸ ਤਰ੍ਹਾਂ ਦਾ ਸਮਾਜ ਚਾਹੁੰਦੇ ਸੀ ਜਿਹਦੇ ਵਿੱਚ ਕਿ ਕੋਈ ਕਿਸੇ ਵੀ ਬੈਕਗਰਾਊਂਡ ਨੂੰ ਬਿਲੋਂਗ ਕਰਦਾ ਪਰਸਨ ਜਾਂ ਕਿਸੇ ਵੀ ਧਰਮ ਜਾਂ ਕਾਸਟ ਨੂੰ ਜੇ ਬਿਲੋਂਗ ਕਰਦਾ ਸੀ ਤਾਂ ਉਹ ਰਹਿ ਸਕਦਾ ਸੀ, ਜਾਣੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ ਸੀ। ਉਹ ਇਸ ਤਰ੍ਹਾਂ ਦਾ ਸਮਾਜ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਅਸੀਂ ਮਿਲ ਜੁਲ ਕੇ ਰਹਿ ਸਕਦੇ ਹਾਂ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਫੀਲਿੰਗ ਨਾ ਹੋਵੇ ਹਾਈ ਐਂਡ ਲੋ ਦੀ, ਰਿਚ ਐਂਡ ਪੂਅਰ ਦੀ, ਜਾਣੀ ਕਿ ਸਾਰਿਆਂ ਲੋਕਾਂ ਨੂੰ ਇੱਕੋ ਜਿਹਾ ਸਮਝਿਆ ਜਾਵੇ।
ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਸਮਾਜ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਸੁਸਾਇਟੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਬਣਾਉਣ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਵਿਸ਼ਵਾਸ ਸੀ। What do you think ordinary people preserve the memory of ਮੀਰਾਬਾਈ? ਹਾਂਜੀ, ਜਿਹੜੇ why do you think ordinary people, ਜਿਹੜੇ ਕੀ ਤੁਸੀਂ ਸੋਚਦੇ ਹੋ ਕਿ ਜਿਹੜੇ ਮੀਰਾਬਾਈ ਨੂੰ ਆਮ ਲੋਕ ਕਿਉਂ ਪਸੰਦ ਕਰਦੇ ਸੀ, ਉਹਦੀ ਕਿਉਂ ਯਾਦ ਕਰਦੇ ਨੇ? ਮੀਰਾਬਾਈ ਵਾਜ਼ ਅ ਰਾਜਪੂਤ ਪ੍ਰਿੰਸੈਸ ਮੈਰਿਡ ਇਨਟੂ ਦਾ ਰਾਇਲ ਫੈਮਿਲੀ ਆਫ ਮੇਵਾੜ। ਜਿਹੜੀ ਮੀਰਾਬਾਈ ਸੀ ਉਹ ਰਾਜਪੂਤ ਪ੍ਰਿੰਸੈਸ ਸੀ, ਉਹਦਾ ਜਨਮ ਰਾਇਲ ਫੈਮਿਲੀ ਦੇ ਵਿੱਚ ਹੋਇਆ ਸੀ ਮੇਵਾੜ ਦੀ। ਬਟ ਸ਼ੀ ਹੈਡ ਨੋ ਇੰਟਰਸਟ ਇਨ ਵਰਲਡਲੀ ਅਫੇਅਰਸ, ਪਰ ਉਹਨੂੰ ਜਿਹੜੇ ਦੁਨਿਆਵੀ ਚੀਜ਼ਾਂ ਸੀ, ਵਰਲਡਲੀ ਅਫੇਅਰ ਸੀ, ਉਹਨਾਂ ਦੇ ਵਿੱਚ ਉਹਦਾ ਕੋਈ ਵਿਸ਼ਵਾਸ ਨਹੀਂ ਸੀ। ਸ਼ੀ ਵਾਜ਼ ਐਨ ਆਰਡੈਂਟ ਡਿਵੋਟੀ ਆਫ ਕ੍ਰਿਸ਼ਨਾ, ਉਹ ਬਹੁਤ ਪੱਕੀ ਭਗਤ ਸੀਗੀ ਕ੍ਰਿਸ਼ਨਾ ਭਗਵਾਨ ਦੀ, ਠੀਕ ਹੈ। ਐਂਡ ਵਾਂਟਿਡ ਟੂ ਡਿਵੋਟ ਹਰ ਟਾਈਮ ਦਾ ਵਰਸ਼ਿਪ ਆਫ ਹਰ ਲਾਰਡ। ਉਹ ਆਪਣਾ ਜਿੰਨਾ ਵੀ ਸਮਾਂ ਸੀ ਉਹ ਕਾਹਦੇ ਵਿੱਚ ਬਤੀਤ ਕਰਨਾ ਚਾਹੁੰਦੀ ਸੀ ਕਿ ਉਹ ਹਮੇਸ਼ਾ ਆਪਣੇ ਡੇਟੀ ਦੀ, ਕ੍ਰਿਸ਼ਨਾ ਦੀ ਪੂਜਾ ਕਰਕੇ ਬਿਤਾਉਣਾ ਚਾਹੁੰਦੀ ਸੀ। ਸ਼ੀ ਹੈਡ ਨੋ ਬਲੀਫ ਇਨ ਪ੍ਰਿੰਸਲੀ ਸਟੇਟਸ, ਉਹਨੂੰ ਕਿਸੇ ਤਰ੍ਹਾਂ ਦੇ ਮਤਲਬ ਰਾਜੇ ਮਹਾਰਾਜਿਆਂ ਵਾਲੇ ਸਟੇਟਸ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਐਂਡ ਅਦਰ ਨੋਰਮਸ ਆਫ ਹਾਈ ਕਲਾਸ ਸੁਸਾਇਟੀ, ਜਿਵੇਂ ਹਾਈ ਕਲਾਸ ਸੁਸਾਇਟੀ ਦੇ ਲੋਕ ਰਹਿੰਦੇ ਨੇ, ਉਹਨੂੰ ਇਸ ਤਰ੍ਹਾਂ ਦੀ ਕੋਈ ਵੀ ਲਾਈਫ ਪਸੰਦ ਨਹੀਂ ਸੀ। ਹਰ ਡਿਵੋਸ਼ਨ ਟੂ ਹਰ ਡੇਟੀ ਵਾਜ਼ ਸੁਪਰੀਮ, ਉਹਦੀ ਆਪਣੇ ਪਰਮਾਤਮਾ ਦੇ ਲਈ ਜਿਹੜੀ ਭਗਤੀ ਸੀ, ਡਿਵੋਸ਼ਨ ਸੀ, ਉਹ ਬਹੁਤ ਜ਼ਿਆਦਾ ਸੀ। ਡੇਟੀ ਵਾਜ਼ ਸੁਪਰੀਮ, ਉਹ ਆਪਣੇ ਕ੍ਰਿਸ਼ਨਾ ਜਿਹੜਾ ਲਾਰਡ ਸੀ ਉਹਨੂੰ ਸੁਪਰੀਮ ਮੰਨਦੀ ਸੀ। ਐਂ ਕਹਿ ਲਓ ਕਿ ਹਰ ਡਿਵੋਸ਼ਨ ਟੂ ਹਰ ਡੇਟੀ ਵਾਜ਼ ਸੁਪਰੀਮ, ਉਹਦੀ ਬਹੁਤ ਜ਼ਿਆਦਾ ਡਿਵੋਸ਼ਨ ਸੀ ਆਪਣੇ ਲਾਰਡ ਕ੍ਰਿਸ਼ਨਾ ਦੇ ਪ੍ਰਤੀ। ਹੈਂਸ ਸ਼ੀ ਲੈਫਟ ਦਾ ਰਾਇਲ ਪੈਲੇਸ ਐਂਡ ਬਿਗਨ ਟੂ ਲੈਡ ਅ ਸਿੰਪਲ ਲਾਈਫ ਵਿਦ ਦ ਆਰਡੀਨਰੀ ਪੀਪਲ। ਹੌਲੀ ਇੱਕ ਵਾਰ ਉਹਨੇ ਕੀ ਕੀਤਾ ਕਿ ਆਪਣਾ ਜਿਹੜਾ ਪੈਲੇਸ ਸੀ, ਰਾਇਲ ਪੈਲੇਸ, ਉਹਨੇ ਫਿਰ ਛੱਡਤਾ ਅਤੇ ਉਹ ਆਮ ਆਰਡੀਨਰੀ ਲੋਕਾਂ ਦੀ ਤਰ੍ਹਾਂ ਸਿੰਪਲ ਲਾਈਫ ਬਿਤਾਉਣੀ ਸ਼ੁਰੂ ਕਰਤੀ ਸੀ ਉਹਨੇ, ਠੀਕ ਹੈ। ਕਿਉਂਕਿ ਉਹਨੂੰ ਜਿਹੜੇ ਵਰਲਡਲੀ ਅਫੇਅਰ ਸੀ, ਮੀਨਸ ਕਿ ਰੀਤੀ ਰਿਵਾਜ ਕਹਿ ਲਓ ਜਾਂ ਕਿਸੇ ਦੁਨਿਆਵੀ ਚੀਜ਼ਾਂ ਦੇ ਕੰਮਕਾਰ ਸੀ, ਜਾਂ ਇਹ ਕਹਿ ਲਓ ਪ੍ਰਿੰਸਲੀ ਸਟੇਟਸ ਸੀ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਉਹਦਾ ਕੋਈ ਵਿਸ਼ਵਾਸ ਨਹੀਂ ਸੀ। ਉਹ ਆਪਣੀ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਸੀ, ਮੀਨਸ ਕਿ ਪ੍ਰਭੂ ਕ੍ਰਿਸ਼ਨਾ ਦੀ ਭਗਤੀ ਕਰਦੀ ਸੀ ਉਹ। ਵਾਈ ਡਿਡ ਦਾ ਮੁਗਲ ਐਂਪਰਰ ਜਹਾਂਗੀਰ ਆਰਡਰ ਦਾ ਐਗਜ਼ੀਕਿਊਸ਼ਨ ਆਫ ਗੁਰੂ ਅਰਜਨ ਇਨ 1606? ਹਾਂਜੀ, ਮੁਗਲ ਐਂਪਰਰ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ 606 ਦੇ ਵਿੱਚ ਕਿਉਂ ਐਗਜ਼ੀਕਿਊਸ਼ਨ ਕਰਨ ਦਾ ਆਰਡਰ ਦਿੱਤਾ, ਮੀਨਸ ਕਿ ਉਹਨਾਂ ਨੂੰ ਕਿਉਂ ਸਜ਼ਾ ਦਿੱਤੀ ਗਈ? ਦਾ ਮੁਗਲ ਐਂਪਰਰ ਜਹਾਂਗੀਰ ਲੁਕਡ ਅਪੋਨ ਦਾ ਸਿੱਖ ਕਮਿਊਨਿਟੀ ਐਜ਼ ਪੋਟੈਂਸ਼ੀਅਲ ਥ੍ਰੈਟ, ਜਾਣੀ ਕਿ ਮੁਗਲ ਐਂਪਰਰ ਜਿਹੜਾ ਜਹਾਂਗੀਰ ਸੀ ਨਾ, ਉਹ ਬਹੁਤ ਹੀ ਘ੍ਰਿਣਾ ਦੀ ਨਜ਼ਰ ਨਾਲ ਦੇਖਦਾ ਸੀ ਜਿਹੜਾ ਸਿੱਖ ਸਮਾਜ ਸੀ, ਸਿੱਖ ਕਮਿਊਨਿਟੀ ਸੀ, ਅਤੇ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ। ਹਾਂਜੀ, ਹੂ ਵਰ ਦਾ ਨੈਨਾਰਸ ਐਂਡ ਅਲਬਰਸ? ਅਲਬਰਸ ਅਤੇ ਨੈਨਾਰਸ ਕੌਣ ਸਨ? ਰਾਈਟ ਅਬਾਊਟ ਦੈਮ ਇਨ ਬਰੀਫ, ਕਹਿੰਦੇ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਲਿਖੋ। ਹਾਂਜੀ, ਨੈਨਾਰਸ ਕਿਹੜੇ ਸੀ? ਨੈਨਾਰਸ ਐਂਡ ਅਲਬਰਸ ਲੈਡ ਰਿਲੀਜੀਅਸ ਮੂਵਮੈਂਟਸ ਇਨ ਸਾਊਥ ਇੰਡੀਆ ਡਿਊਰਿੰਗ ਦਾ 7th to 9th, ਜਾਣੀ ਕਿ ਜਿਹੜੇ ਨੈਨਾਰ ਅਤੇ ਅਲਬਰ ਸੀ ਉਹ ਇੱਕ ਤਰ੍ਹਾਂ ਦੇ ਰਿਲੀਜੀਅਸ ਮੂਵਮੈਂਟ ਇਹਨਾਂ ਨੇ ਸ਼ੁਰੂ ਕੀਤੀਆਂ ਸੀ ਸਾਊਥ ਇੰਡੀਆ ਦੇ ਵਿੱਚ 7th century ਤੋਂ ਲੈ ਕੇ 9th century ਤੱਕ। ਜਿਹੜੇ ਨੈਨਾਰਸ ਵਰ ਡਿਵੋਟੀਜ਼ ਆਫ ਸ਼ਿਵਾ, ਜਿਹੜੇ ਨੈਨਾਰ ਸੀ ਉਹ ਸ਼ਿਵਾ ਦੀ ਪੂਜਾ ਕਰਦੇ ਸੀ, ਜਾਣੀ ਕਿ ਸ਼ਿਵ ਭਗਵਾਨ ਦੀ ਪੂਜਾ ਕਰਦੇ ਸੀ। ਵਾਈਲ ਦਾ ਅਲਬਰਸ ਵਰ ਦਾ ਡਿਵੋਟੀ ਆਫ ਵਿਸ਼ਨੂੰ, ਜਿਹੜੇ ਅਲਬਰ ਸੀ ਉਹ ਵਿਸ਼ਨੂੰ ਭਗਵਾਨ ਨੂੰ ਮੰਨਦੇ ਸੀ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਨੈਨਾਰ ਸੀ ਉਹ ਸ਼ਿਵਾ ਭਗਵਾਨ ਨੂੰ ਮੰਨਦੇ ਸੀ, ਉਹਦੀ ਪੂਜਾ ਕਰਦੇ ਸੀ, ਸ਼ਿਵ ਜੀ ਦੀ, ਅਤੇ ਜਿਹੜੇ ਅਲਬਰ ਸੀ ਉਹ ਵਿਸ਼ਨੂੰ ਭਗਵਾਨ ਦੇ ਡਿਵੋਟੀ ਸੀ, ਜਾਣੀ ਕਿ ਵਿਸ਼ਨੂੰ ਭਗਵਾਨ ਦੇ ਭਗਤ ਸੀ। ਦੇ ਕੇਮ ਫਰੋਮ ਆਲ ਕਾਸਟ, ਜਾਣੀ ਕਿ ਜਿਹੜੇ ਇਹਨਾਂ ਦੇ ਭਗਤਾਂ ਦੇ ਵਿੱਚ ਜ਼ਿਆਦਾ ਗਿਣਤੀ ਸਾਰੀਆਂ ਕਾਸਟਾਂ ਦੇ ਵਿੱਚੋਂ ਸੀ, ਠੀਕ ਹੈ। ਅਤੇ ਦੇ ਕੇਮ ਫਰੋਮ ਆਲ ਕਾਸਟ, ਆਪਾਂ ਇਵੇਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਿਹੜੇ ਮੰਨਣ ਵਾਲੇ ਫਾਲੋਅਰ ਸੀ ਉਹ ਸਾਰੀਆਂ ਜਿਹੜੀਆਂ ਕਾਸਟ ਸੀ ਉਹਨਾਂ ਦੇ ਵਿੱਚੋਂ ਆਉਂਦੇ ਸੀ, ਇਨਕਲੂਡਿੰਗ
ਦੋਜ਼ ਕੰਸੀਡਰਡ ਅਨਟੱਚੇਬਲਸ, ਈਵਨ ਕਿ ਜਿਨ੍ਹਾਂ ਨੂੰ ਅਨਟੱਚੇਬਲ ਵੀ ਮੰਨਿਆ ਜਾਂਦਾ ਸੀ ਨਾ, ਜਿਵੇਂ ਭੁੱਲਿਆਰ ਐਂਡ ਪਨਾਰਸ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਬੇਟਾ, ਕਿ ਦੋਨੋਂ ਜਿਹੜੀਆਂ ਸੀ ਲੋਅਰ ਕਾਸਟ ਸੀ, ਅਤੇ ਉਹਨਾਂ ਦੇ ਵਿੱਚੋਂ ਵੀ ਲੋਕ ਜਿਹੜੇ ਸੀ ਨੈਨਨਾਰਸ ਵੀ ਸੀ ਕੁਛ, ਜਾਣੀ ਕਿ ਕੁਛ ਸ਼ਿਵਾ ਭਗਵਾਨ ਨੂੰ ਮੰਨਦੇ ਸੀ, ਕੁਛ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੇ ਸੀ। ਦੇ ਵੈਂਟ ਫਰੋਮ ਪਲੇਸ ਟੂ ਪਲੇਸ, ਇਹ ਜਿਹੜੇ ਹੁੰਦੇ ਸੀ ਲੋਕ ਐਂ ਕਹਿ ਲਓ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸੀ, ਕੰਪੋਜ਼ਿੰਗ ਬਿਊਟੀਫੁਲ ਪੋਇਮਸ ਵਗੈਰਾ ਲਿਖਦੇ ਸੀ ਇਨ ਪ੍ਰੇਜ਼ ਆਫ ਡੈਟੀ, ਆਪਣੇ ਆਪਣੇ ਦੇਵੀ ਦੇਵਤਿਆਂ ਦੇ ਯਾਦ ਦੇ ਵਿੱਚ ਕਹਿ ਲਓ, ਜਾਂ ਉਹਨਾਂ ਦੀ ਪ੍ਰੇਜ਼ ਦੇ ਵਿੱਚ ਬਹੁਤ ਸਾਰੀਆਂ ਪੋਇਮਸ ਲਿਖਦੇ ਸੀ। ਇਨ ਸ਼ਰਾਈਨ ਇਨ ਦ ਵਿਲੇਜਿਸ ਦੇ ਵਿਜ਼ਿਟਡ ਐਂਡ ਸੈਟ ਦੈਮ ਟੂ ਮਿਊਜ਼ਿਕ, ਹੌਲੀ ਹੌਲੀ ਇਹਨਾਂ ਨੇ ਕੀ ਕੀਤਾ, ਇਹ ਜਗ੍ਹਾ ਜਗ੍ਹਾ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਮਿਊਜ਼ਿਕ ਦੇ ਵਿੱਚ ਸਾਰੀਆਂ ਪੋਇਮਸ ਵਗੈਰਾ ਜਿਹੜੀਆਂ ਸੀ, ਕਵਿਤਾਵਾਂ ਗਾਉਂਦੇ ਸੀਗੇ, ਆਪਣੇ ਡੇਟੀ ਨੂੰ ਸਮਰਪਿਤ ਕਰਦੇ ਸੀ। ਦੇ ਵਰ ਨੈਨਨਾਰਸ ਹੂ ਬਿਲੋਂਗਡ ਟੂ ਡਿਫਰੈਂਟ ਕਾਸਟ ਬੈਕਗਰਾਊਂਡਸ, ਹਾਂਜੀ, ਇਸ ਤੋਂ ਇਲਾਵਾ ਦੇਅਰ ਵਰ 63 ਨੈਨਨਾਰਸ, ਕਿੰਨੇ ਨੈਨਨਾਰਸ ਹੋਏ ਨੇ, 63 ਨੈਨਨਾਰਸ ਸੀਗੇ ਜਿਹੜੇ ਕਿ ਅਲੱਗ-ਅਲੱਗ ਬੈਕਗਰਾਊਂਡ ਨੂੰ ਬਿਲੋਂਗ ਕਰਦੇ ਸੀ, ਔਰ 12 ਅਲਬਰ ਸੀ ਜਿਹੜੇ ਕਿ ਕੇਮ ਫਰੋਮ ਇਕੁਅਲੀ ਡਾਈਵਰਜੈਂਟ ਬੈਕਗਰਾਊਂਡਸ, ਅਲੱਗ-ਅਲੱਗ ਬੈਕਗਰਾਊਂਡਸ ਨੂੰ ਇਹ ਵੀ ਬਿਲੋਂਗ ਕਰਦੇ ਸੀਗੇ। ਹਾਂਜੀ, ਹੁਣ ਕੁਐਸਚਨ ਨੰਬਰ 6 ਹੈ, ਵਟ ਡਿਡ ਨਾਥਪੰਥੀ ਸਿੱਧਾਸ ਐਂਡ ਜੋਗੀਜ਼ ਐਡਵੋਕੇਟ ਫਾਰ ਗੈਟਿੰਗ ਸਲਵੇਸ਼ਨ, ਹਾਂਜੀ, ਜਿਹੜੇ ਨਾਥਪੰਥੀ ਸੀ, ਸਿੱਧਾਸ ਜੀ ਸੀ ਅਤੇ ਯੋਗੀ ਸੀ, ਉਹਨਾਂ ਨੇ ਕਿਸ ਸਿਧਾਂਤ ਨੂੰ ਅਪਣਾਉਣ ਲਈ ਕਿਹਾ ਕਿ ਅਸੀਂ ਕਿਸ ਸਿਧਾਂਤ ਨੂੰ ਅਪਣਾਉਂਦੇ ਹੋਏ ਸਲਵੇਸ਼ਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਆਨਸਰ ਇਜ਼ ਟੂ ਅਚੀਵ ਦਾ ਸਲਵੇਸ਼ਨ, ਜੇ ਅਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਦੇ ਐਡਵੋਕੇਟਿਡ ਇੰਟੈਂਸ ਟ੍ਰੇਨਿੰਗ ਆਫ ਮਾਈਂਡ, ਤਾਂ ਸਾਨੂੰ ਆਪਣੇ ਮਾਈਂਡ ਦੀ ਇੰਟੈਂਸ ਟ੍ਰੇਨਿੰਗ ਕਰਨੀ ਪਊਗੀ। ਐਂਡ ਬਾਡੀ ਥਰੂ ਪ੍ਰੈਕਟਿਸਿਸ, ਆਪਣੀ ਬਾਡੀ ਦੀ ਵੀ ਪ੍ਰੈਕਟਿਸ ਕਰਨੀ ਪਊਗੀ, ਯੋਗ ਆਸਨਾਂ ਦੁਆਰਾ, ਬਰੀਥਿੰਗ ਐਕਸਰਸਾਈਜ਼ ਦੁਆਰਾ, ਮੈਡੀਟੇਸ਼ਨ ਦੁਆਰਾ। ਜਦੋਂ ਇਹ ਸਾਰਾ ਕੁਝ ਅਸੀਂ ਕਰਾਂਗੇ ਦੈਨ ਵੀ ਹੈਵ ਟੂ ਅਚੀਵ ਸਲਵੇਸ਼ਨ, ਸਲਵੇਸ਼ਨ ਮੀਨਸ ਉਸ ਸਮੇਂ ਸਾਨੂੰ ਮੁਕਤੀ ਪ੍ਰਾਪਤ ਹੋ ਜਾਊਗੀ, ਯਾਨੀ ਕਿ ਸੱਚੇ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਵੇਗਾ। ਥੈਂਕਸ।